ਅੱਜ ਅਸੀਂ ਪੁੱਜੇ ਹਾਂ ਭਾਈ ਰੂਪ ਚੰਦ ਜੀ ਦੇ ਨਗਰ ਵਿੱਚ। ਸੋ ਇੱਥੇ ਬਲਜਿੰਦਰ ਸਿੰਘ ਜੀ ਬਗੀਚਾ ਜੋ ਢਾਡੀ ਹੈਗੇ ਨੇ ਸਾਰੇ ਵਰਲਡ ਦੇ ਵਿੱਚ ਇਹਨਾਂ ਦਾ ਬਹੁਤ ਵੱਡਾ ਨਾਂ। ਤੋ ਅੱਜ ਇੱਥੇ ਨਗਰ ਦੇ ਵਿੱਚ ਜੋ ਵੀ ਇਹਨਾਂ ਦੀ ਅੰਸ਼-ਵੰਸ਼ ਹੈ ਭਾਈ ਰੂਪਾ ਜੀ ਦੀ, ਉਹ ਇਹਨਾਂ ਦੇ ਮੁਖਾਰਬਿੰਦ ਤੋਂ ਸੁਣਦੇ ਹਾਂ। ਵਾਹਿਗੁਰੂ ਜੀ ਖਾਲਸਾ ਜੀ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਇਹ ਜਿਹੜਾ ਇਸ ਸਮੇਂ ਜੀ ਭਾਈ ਰੂਪ ਚੰਦ ਜੀ ਦੀ ਅੰਸ਼-ਵੰਸ਼ ਹੈ ਜੀ, ਇਹ ਕਿੰਨਵੀਂ ਪੀੜ੍ਹੀ ਇਹ ਚੱਲ ਰਹੀ ਹੈ ਜੀ? ਜਿਹੜੀ ਇਸ ਟਾਈਮ ਬਾਬਾ ਭਾਈ ਰੂਪ ਚੰਦ ਜੀ ਦੀ ਅੰਸ਼-ਵੰਸ਼ ਤਕਰੀਬਨ 12ਵੀਂ ਤੇ 13ਵੀਂ ਪੀੜ੍ਹੀ ਜਿਹੜੀ ਹੈ ਬਾਬਾ ਜੀ ਦੀ ਚੱਲਦੀ। ਬਾਬਾ ਭਾਈ ਰੂਪ ਚੰਦ ਜੀ ਦੇ 7 ਪੁੱਤਰ ਹਨ। 7 ਪੁੱਤਰਾਂ ਦੀ ਜਿਹੜੀ ਵੰਸ਼ ਹੈ ਉਹ ਵੱਖ-ਵੱਖ ਨਗਰਾਂ ਦੇ ਵਿੱਚ, ਜਿਹੜਾ ਜਿੱਥੇ ਆਪਾਂ ਜਿਸ ਸਥਾਨ ਤੇ ਆਪਾਂ ਬੈਠੇ ਹਾਂ ਇੱਥੇ ਨਾਲ ਹੀ ਮੋੜੀ ਸਾਹਿਬ ਦਾ ਸਥਾਨ ਹੈ, ਜਿੱਥੇ 6ਵੇਂ ਪਾਤਸ਼ਾਹ ਜੀ ਨੇ ਇਹ ਮੋੜੀ ਗੱਡੀ 16 ਵਿਸਾਖ 1686 ਬਿਕਰਮੀ ਨੂੰ ਇਹ ਨਗਰ ਵਸਾਇਆ। ਔਰ ਇੱਥੇ ਨਾਲ ਸਾਰੇ ਜਿਹੜੇ ਬਾਬਾ ਭਾਈ ਰੂਪ ਚੰਦ ਜੀ ਦੇ ਪੁੱਤਰਾਂ ਦੇ ਘਰ ਹਨ। ਤੇ ਅੱਜ ਜਿਹੜੀ ਬਾਬਾ ਭਾਈ ਰੂਪ ਚੰਦ ਜੀ ਅੰਸ਼-ਵੰਸ਼ ਹੈ 29 ਪਿੰਡਾਂ ਦੇ ਵਿੱਚ, ਪੰਜਾਬ ਦੇ ਵਿੱਚ ਕੁਛ, ਰਾਜਸਥਾਨ ਦੇ ਵਿੱਚ ਕੁਛ, ਜਿਹੜੇ ਪਿੰਡ ਹਰਿਆਣੇ 'ਚ ਆ ਗਏ। ਇਸ ਤਰ੍ਹਾਂ ਤਕਰੀਬਨ 29 ਪਿੰਡ ਨੇ ਬਾਬਾ ਭਾਈ ਰੂਪ ਚੰਦ ਜੀ ਦੇ ਅੰਸ਼-ਵੰਸ਼ ਦੇ, ਜਿੱਥੇ ਬਾਬਾ ਜੀ ਦਾ ਪਰਿਵਾਰ, ਉਹਨਾਂ ਦੇ ਜਿਹੜੇ ਸਕੇ ਸਨੇਹੀ ਜਾਂ ਜਿਹੜੇ ਮੰਨ ਕੇ ਚਲੋ ਵੀ ਕਿਰਤ ਦੀ ਖਾਤਰ ਵੱਖ-ਵੱਖ ਥਾਵਾਂ 'ਤੇ ਜਾ ਕੇ ਸਥਾਪਿਤ ਹੋ ਗਏ, ਉਹਨਾਂ ਆਪਣੇ ਕਾਰੋਬਾਰ ਵੱਡੇ ਸੈਟਲ ਕਰ ਲਏ, ਤਾਂ ਉੱਥੇ ਉਹ ਪਰਿਵਾਰ ਜਿਹੜੇ ਵਸਦੇ ਆ। ਹੁਣ ਤਾਂ ਇਹ ਵੀ ਕਹਿ ਲਓ ਵੀ ਪੂਰੀ ਦੁਨੀਆ 'ਚ ਹੀ ਹੈਗੇ ਆ, ਅਮਰੀਕਾ ਹੈ, ਕੈਨੇਡਾ ਹੈ, ਇੰਗਲੈਂਡ ਹੈ, ਇਟਲੀ ਹੈ, ਜਿੱਥੋਂ ਦੇ ਵਤਨੀ ਸਾਡੇ ਬਾਬਾ ਭਾਈ ਰੂਪ ਚੰਦ ਜੀ ਦੀ ਅੰਸ਼-ਵੰਸ਼ ਦੇ ਬੱਚੇ ਯੂਰਪ ਦੇ ਦੇਸ਼ਾਂ ਵਿੱਚ ਵੀ, ਬਹੁਤ ਸਾਰੇ ਦੇਸ਼ਾਂ ਵਿੱਚ ਚਲੇ ਗਏ। ਇਹ ਤੇ ਸੋ ਇੱਥੇ ਬਾਬਾ ਜੀ ਬਹੁਤ ਸਾਰੀਆਂ ਨਿਸ਼ਾਨੀਆਂ ਪਈਆਂ, ਜਿਵੇਂ ਰੱਥ ਵੀ ਜੇ ਪਿਆ ਜੀ, ਮਾਤਾ ਗੰਗਾ ਜੀ ਜਦੋਂ ਇਹ ਬੈਠ ਕੇ ਉਹਦੇ ਵਿੱਚ ਬਾਬਾ ਬੁੱਢਾ ਜੀ ਕੋਲ ਗਏ, ਉਹਦੇ ਬਾਰੇ ਵੀ ਤੁਸੀਂ ਥੋੜ੍ਹਾ ਜਿਹਾ ਜ਼ਰੂਰ ਦੱਸੋ ਜੀ। ਜਿਹੜਾ ਰਥ ਸਾਹਿਬ ਹੈ, ਇਹ ਰਥ ਜਿਹੜਾ ਸੀ ਇਹ ਚੌਥੇ ਪਾਤਸ਼ਾਹ ਜੀ ਨੂੰ ਭੇਟ ਕੀਤਾ ਸੀ। ਅੱਛਾ ਜੀ। ਕਸ਼ਮੀਰ ਦਾ ਮਿਸਤਰੀ ਸੀ ਖੁਦਾ ਬਖਸ਼ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ 'ਤੇ ਆਇਆ। ਉਸ ਟਾਈਮ ਨਾਂ ਜਿਹੜਾ ਚੱਕ ਰਾਮ ਦਾ ਸੀ, ਉਹ ਹਜ਼ੂਰ ਪਾਤਸ਼ਾਹ ਜੀ ਦੇ ਕੋਲ ਆਇਆ ਤਾਂ ਉੱਥੇ ਉਹਨੇ ਕੀ ਦੇਖਿਆ ਵੀ ਲੋਕ ਨਾ ਗੁਰੂ ਰਾਮਦਾਸ ਜੀ ਮਹਾਰਾਜ ਨੂੰ ਕੋਈ ਬੱਚਾ ਚਰਨਾਂ 'ਚ ਰੱਖ ਕੇ ਕਹਿੰਦਾ ਵੀ ਸਤਿਗੁਰੂ ਜੀ ਨਾਂ ਰੱਖੋ, ਕੋਈ ਬੇਨਤੀ ਕਰਦਾ ਮੇਰੇ ਪੁੱਤਰ ਨਹੀਂ, ਮੈਨੂੰ ਪੁੱਤਰ ਬਖਸ਼ੋ। ਇਹ ਖੁਦਾ ਬਖਸ਼ ਦੇ ਔਲਾਦ ਨਹੀਂ ਸੀ ਤੇ ਉਹ ਰਥ ਬਣਾ ਕੇ ਵੇਚਦਾ ਸੀ। ਤੇ ਖੁਦਾ ਬਖਸ਼ ਦੇ ਮਨ ਵਿੱਚ ਆਇਆ ਵੀ ਮੈਂ ਵੀ ਬੇਨਤੀ ਕਰਾਂ। ਉਹਨੇ ਹਿਰਦੇ ਵਿੱਚ ਸਤਿਗੁਰੂ ਜੀ ਨੂੰ ਨਮਸਕਾਰ ਕਰਕੇ ਵੀ ਜੇ ਸਤਿਗੁਰੂ ਜੀ ਨੇ ਮੈਨੂੰ ਪੁੱਤਰ ਬਖਸ਼ਿਆ ਨਾ ਤੇ ਮੈਂ ਰਥ ਭੇਟ ਕਰਾਂ। ਉਹਨੇ ਆਪਣੇ ਹਿਰਦੇ ਵਿੱਚ ਸੋਚ ਲਿਆ। ਉਦੋਂ 1.5 ਸਾਲ ਬਾਅਦ ਉਹਦੇ ਪੁੱਤਰ ਪੈਦਾ ਹੋਇਆ। ਉਹਨੇ ਫਿਰ ਬੜਾ ਰੀਝ ਨਾਲ ਜਿਹੜਾ ਇਹ ਰਥ ਬਣਾਇਆ, ਬੜੀ ਬਹੁਤ ਸੋਹਣੀ ਮੀਨਾਕਾਰੀ ਕੀਤੀ ਹੈ। ਇੱਕ ਗੱਲ ਤੁਸੀਂ ਹੋਰ ਦੇਖਿਓ, ਇਸ ਰਥ ਦੇ ਵਿੱਚ ਕੋਈ ਨਟ ਬੋਲਟ ਨਹੀਂ ਹੈ, ਇੱਕ ਦੂਸਰੇ ਨੂੰ ਅਟੈਚਮੈਂਟ ਹੀ ਹੈ, ਕੋਈ ਕਿਤੇ ਨਟ ਨਹੀਂ ਲੱਗਿਆ ਹੋਇਆ। ਹਾਂ, ਇੱਕ ਦੂਸਰੇ ਦੀ ਅਟੈਚਮੈਂਟ ਸੜ ਹੁੰਦਾ। ਜਿਹੜਾ ਹੁਣ ਵਾਲੇ ਬੱਚਿਆਂ ਨੂੰ ਤਾਂ ਨਹੀਂ ਪਤਾ, ਅੱਗੇ ਛਜਲੀਆਂ ਬਣਦੀਆਂ, ਤੰਗਲੀਆਂ ਬਣਦੀਆਂ ਸੀ, ਚਮੜੇ ਦੀ ਬਰੀਕ ਰੱਸੀ ਬਣਾਈ ਜਾਂਦੀ ਸੀ, ਤਾਂ ਉਹ ਕੱਚੇ ਚਮੜੇ ਨੂੰ ਸੋਧ ਕੇ ਸੜ ਬਣਦਾ ਸੀ। ਉਹ ਸੜ ਦੀ ਬੜੀ ਮੀਨਾਕਾਰੀ ਹੈ। ਫਿਰ ਪਿੱਤਲ ਦੀ ਬੜੀ ਬਰੀਕ ਮੀਨਾਕਾਰੀ ਕਾਰੀਗਰੀ ਹੈ। ਹਾਂਜੀ। ਤੇ ਇਸਲਾਮ ਦੇ ਜਿਹੜੇ ਇਸਲਾਮ ਮਤ ਦੇ ਉਹਨਾਂ ਦੇ ਪੀਰ ਸੀ ਨਾ, ਉਹਨਾਂ ਦੀਆਂ ਵੀ ਜਿਵੇਂ ਖਵਾਜਾ ਦੀਆਂ ਹੋਰ ਅਲੱਗ-ਅਲੱਗ ਪੀਰਾਂ ਦੀਆਂ ਮਗਰਲੇ ਪਾਸੇ ਇੱਕ ਫੱਟੀ, ਉਹਦੇ ਉੱਪਰ ਉਹਦੀ ਤਸਵੀਰਾਂ ਉਕਰੀਆਂ ਹੋਈਆਂ, ਉਹ ਬਰੀਕ ਮੀਨਾਕਾਰੀ ਦੇ। ਉਹ ਫਿਰ ਖੁਦਾ ਬਖਸ਼ ਨੇ ਭੇਟ ਕੀਤਾ। ਠੀਕ ਹੈ। ਇਹ ਗੁਰੂ ਰਾਮਦਾਸ ਜੀ ਮਹਾਰਾਜ ਜੀ, ਗੁਰੂ ਰਾਮਦਾਸ ਜੀ ਮਹਾਰਾਜ ਤੋਂ ਬਾਅਦ ਫਿਰ ਇਹ ਗੁਰਤਗੱਦੀ ਨਹੀਂ ਸੀ ਪ੍ਰਾਪਤ ਹੋਈ, 9ਵੇਂ ਪਾਤਸ਼ਾਹ ਦੇ ਕਰੇ ਤੇ ਸਵਾਰੀ ਕੀਤੀ। ਹਾਂਜੀ। ਜਦੋਂ ਬਾਲ ਰੂਪ ਦੇ ਵਿੱਚ 9ਵੇਂ ਪਾਤਸ਼ਾਹ ਜੀ ਨੇ ਵੀ ਇਹ 'ਤੇ ਸਵਾਰੀ ਕੀਤੀ। ਇਸ ਰਾਸਤੇ ਚੜ੍ਹ ਕੇ ਮਾਤਾ ਗੰਗਾ ਜੀ ਪੁੱਤਰ ਦਾ ਵਰ ਲੈਣ ਵਾਸਤੇ ਬਾਬਾ ਬੁੱਢਾ ਜੀ ਕੋਲ ਗਏ। ਇਹ ਉਹੀ ਰਥ ਹੈ ਜਿਸ ਰਾਸਤੇ ਚੜ੍ਹ ਕੇ ਰਾਮ ਰਾਏ ਜੀ 7ਵੇਂ ਪਾਤਸ਼ਾਹ ਜੀ ਨੇ ਆਪਣੇ ਪੁੱਤਰ ਰਾਮ ਰਾਏ ਜੀ ਨੂੰ ਜਦੋਂ ਦਿੱਲੀ ਭੇਜਿਆ, ਜਿੱਥੇ ਉਹਨਾਂ ਨੇ 72 ਕਰਾਮਾਤਾਂ ਦਿਖਾਈਆਂ, ਉਹ ਇਸ ਰਾਸਤੇ ਕੀਰਤਪੁਰ ਸਾਹਿਬ ਤੋਂ ਦਿੱਲੀ ਗਏ। ਇਹ ਬਿਨਾਂ ਬਲਦਾਂ ਤੋਂ ਲੈ ਕੇ ਗਏ ਉੱਥੇ। ਅੱਛਾ ਜੀ। ਜਦੋਂ ਸਤਿਗੁਰੂ ਜੀ ਨੇ ਕਹਿਤਾ ਵੀ ਜੋ ਕੁਛ ਮਰਜ਼ੀ ਕਰੀ ਪਰ ਧਰਮ ਤੇ ਦ੍ਰਿੜ ਰਹੀ, ਧਰਮ ਦਾ ਨਿਰੋਲ ਪ੍ਰਚਾਰ ਪੂਰੀ ਤਾਕਤ ਨਾਲ ਕਰਨਾ ਤੇ ਘਬਰਾਉਣਾ ਨਹੀਂ। ਤੇ ਉਹ ਰਾਮ ਰਾਏ ਜੀ ਦੇ ਦਿਲ ਵਿੱਚ ਇਹ ਗੱਲ ਆ ਗਈ ਵੀ ਮੈਨੂੰ ਕੁਛ ਦਿੱਤਾ ਵੀ ਹੈ ਕਿ ਨਹੀਂ।
ਫਿਰ ਜਦੋਂ ਕੀਰਤਪੁਰ ਸਾਹਿਬ ਤੋਂ ਦਿੱਲੀ ਜਾਣ ਲੱਗੇ, ਬਾਹਰ ਆਣ ਕੇ ਉਹਨਾਂ ਨੇ ਬਲਦ ਲਾਤੇ, ਕਹਿੰਦੇ ਬਿਨਾਂ ਬਲਦਾਂ ਤੋਂ ਚੱਲ। ਫਿਰ ਉਹ ਬਿਨਾਂ ਬਲਦਾਂ ਤੋਂ ਉੱਥੇ ਗਏ। ਉੱਥੋਂ ਫਿਰ ਉਹਨਾਂ ਨੇ ਗੁਰਬਾਣੀ ਦੀ ਪੰਕਤੀ ਜਿਹੜੀ ਤੁਕ ਬਦਲਤੀ। ਉੱਥੋਂ ਫਿਰ ਗੁਰੂ ਸਾਹਿਬ ਨੇ ਕਹਿੰਦਾ ਵੀ ਜਿੱਧਰ ਮੂੰਹ ਉੱਧਰ ਚਲਾ ਜਾ, ਇੱਥੇ ਵਾਪਸ ਨਾ ਆਈ, ਸਾਡੇ ਮੱਥੇ ਨਾ ਲੱਗੀ। ਉੱਥੋਂ ਫਿਰ ਦਿੱਲੀ ਦਰਬਾਰ ਨੇ ਉਹਨਾਂ ਨੂੰ ਜੰਗੀਰ ਦੇਤੀ ਦੇਹਰਾਦੂਨ, ਉਹ ਦੇਹਰਾਦੂਨ ਚਲੇ ਗਏ। ਰਾਥੀ ਉੱਥੇ ਚਲਾ ਗਿਆ। ਤੇ ਉਹ ਫਿਰ ਜਿਹੜੇ ਰਾਮ ਰਾਏ ਜੀ ਉਹਨਾਂ ਨੂੰ 10ਵੇਂ ਦਵਾਰ ਸਵਾਸ ਚੜਾ ਲੈਂਦੇ ਸੀ, ਤੇ ਉਹ ਉਹਨਾਂ ਦਾ ਜਿਉਂਦਿਆਂ ਦਾ ਹੀ ਮੁਸੰਦਾ ਨੇ ਸੰਸਕਾਰ ਕਰਤਾ। ਉਹ ਰਥ ਉੱਥੇ ਰਹਿ ਗਿਆ। ਮਾਤਾ ਪੰਜਾਬ ਕੌਰ ਜੀ ਭਾਈ ਕੀ ਡਰੋਲੀ ਆਏ। ਭਾਈ ਕੀ ਡਰੋਲੀ ਆਣ ਕੇ ਉਹ ਵਿਚਲਾ ਸਮਾਂ ਹੈ ਜਦੋਂ 8ਵੇਂ ਪਾਤਸ਼ਾਹ ਜੁੱਤੀ ਉਹ ਸਮਾ ਕੇ 9ਵੇਂ ਪਾਤਸ਼ਾਹ ਪ੍ਰਗਟ ਨਹੀਂ ਹੋਏ। ਤਾਂ ਉਸ ਟਾਈਮ ਜਿਹੜਾ ਉਸ ਰਿਆਸਤ ਦਾ ਨੁਕਸਾਨ ਹੋਣ ਲੱਗਿਆ, ਤੇ ਉਹਨਾਂ ਨੇ ਆਪਦੇ ਨਜੂਮੀਏ ਨੂੰ ਪੁੱਛਿਆ ਵੀ ਕੀ ਗੱਲ ਹੈ। ਉਹ ਕਹਿੰਦੇ ਗੁਰੂ ਨਾਨਕ ਦੀ ਗੱਦੀ ਦੀ ਕੋਈ ਵਸਤੂ ਹੈ ਤੁਹਾਡੇ ਕੋਲੇ, ਇਹ ਉਹਨਾਂ ਨੂੰ ਵਾਪਸ ਕਰ ਦਿਓ। ਉਹ ਹੁਣ ਕਹਿੰਦੇ ਵਾਪਸ ਕਿਵੇਂ ਕਰੀਏ। ਹੁਣ ਉਸ ਧੀਰ ਮੱਲੀਏ ਵੀ ਸੀ, ਭੱਲੇ ਤਰੇਣ ਜਿਹੜੀਆਂ ਗੁਰੂ ਬੰਸਾਂ ਸੀਗੀਆਂ, ਤੇ ਉਹ ਵੱਖ। ਉਹ ਕਹਿੰਦੇ ਵੀ ਸਾਡਾ ਹੱਕ ਹੈ ਰਾਜਾ, ਤੇ ਉਹ ਸਾਡਾ ਹੱਕ ਹੈ। ਤੇ ਉਹਨਾਂ ਨੇ ਫਿਰ ਸ਼ਰਤ ਰੱਖਤੀ ਵੀ ਜਿਵੇਂ ਬਿਨਾਂ ਬਲਦਾਂ ਤੋਂ ਆਇਆ ਕੋਈ ਉੱਦਾਂ ਲੈ ਜਾਓ, ਉੱਦਾਂ ਹੀ ਲੈ ਜਾਓ। ਫਿਰ ਇੱਥੋਂ ਬਾਬਾ ਗਿਆਨ ਚੰਦ ਜੀ ਨੂੰ, ਜਿਨ੍ਹਾਂ ਦੇ ਘਰ ਵਿੱਚ ਬਾਬਾ ਭਾਈ ਰੂਪ ਚੰਦ ਜੀ ਦੇ ਪੋਤਰੇ ਨੇ, ਬੜੇ ਜੱਸਤ ਵਾਲੇ ਸੀ, ਖੱਦਰ ਦਾ ਚੋਲਾ ਪਹਿਨਦੇ ਸੀ, ਉਹਨਾਂ ਨੂੰ ਫਿਰ ਭੇਜਿਆ ਮਾਤਾ ਪੰਜਾਬ ਕੌਰ ਨੇ। ਤੁਸੀਂ ਫਿਰ ਉਹ ਪ੍ਰਕਰਮਿਆਂ ਕਰਕੇ ਜਦੋਂ ਗਏ, ਤੇ ਉਹ ਧੀਰ ਮੱਲੀਏ ਤੇ ਹੋਰ ਮਖੌਲ ਕਰਦੇ ਜਿਹੜੇ ਬੜੇ ਸੋਹਣੇ ਚਿਲਕਨੇ ਚੋਲਿਆਂ ਵਾਲੇ ਸੀ ਵੀ ਇਹ ਰੱਥ ਲੈ ਕੇ ਜਾਊਗਾ ਖੱਦਰ ਦਾ ਕੁੜਤਾ। ਫਿਰ ਉੱਥੋਂ ਫਿਰ ਪ੍ਰਕਰਮਿਆਂ ਕਰਕੇ ਵਿੱਚ ਬੈਠ ਗਏ। ਫਿਰ ਦੇਹਰਾਦੂਨ ਤੋਂ ਭਾਈ ਕੀ ਡਰੋਲੀ ਤੱਕ ਬਿਨਾਂ ਬਲਦਾਂ ਤੋਂ ਰੱਥ ਆਇਆ। ਬਿਨਾਂ ਬਲਦਾਂ ਉੱਥੋਂ ਫਿਰ ਇਹ ਰੱਥ ਜਿਹੜਾ ਹੈ ਇੱਥੇ ਮਾਤਾ ਪੰਜਾਬ ਕੌਰ ਜੀ ਨੇ ਕਿਹਾ ਵੀ ਤੁਸੀਂ ਇਹਨੂੰ ਆਪਣੇ ਕੋਲ ਉਸ ਦਿਨ ਦਾ ਇਸ ਸਥਾਨ ਤੇ ਬਾਬਾ ਭਾਈ ਰੂਪ ਚੰਦ ਜੀ ਦੇ ਅੰਸ ਬੰਸ ਦੇ ਕੋਲ 18 ਕਿੱਲੇ ਜ਼ਮੀਨ ਵੀ ਇਹਦੇ ਨਾਂ ਹੈ, ਰਾਏਪੁਰ, ਜਿਹੜੀ ਸੰਗਤ ਵੱਲੋਂ ਭੇਟ ਕੀਤੀ ਗਈ ਇਹਨਾਂ ਦੇ ਰਸ ਸਾਹਿਬ ਦੇ ਨਾਂ ਹੈ। ਦਿਨੇ ਰਾਤ ਲੰਗਰ ਚੱਲਦਾ ਹੈ। ਬਾਬਾ ਬੂਟਾ ਸਿੰਘ ਜੀ ਪੂਰੀ ਦੁਨੀਆ ਦੇ ਵਿੱਚ, ਵਰਲਡ ਵਿੱਚ ਉਹ ਗੁਰੂ ਦੀਆਂ ਨਿਸ਼ਾਨੀਆਂ ਹੋਰ ਵੀ ਬਹੁਤ ਨੇ। ਰਬਾਬ ਹੈ ਉਹ ਜਿਹੜੀ ਰਾਮ ਰਾਏ ਜੀ ਤੇ ਕੀਰਤਨ ਕਰਦੇ, ਉਹ ਰਬਾਬ ਜਿਹੜੀ ਹੈ ਉਹ ਵੀ ਹੈ। ਇੱਕ ਨਗਾਰਾ ਜਿਹੜਾ ਹੈ, ਜਦੋਂ ਅਨੰਦਪੁਰ ਸਾਹਿਬ ਮਤਲਬ ਸੰਗਤ ਜਾਂਦੀ ਹੋਲੇ ਮਹੱਲੇ ਤੇ, ਉੱਥੇ ਜਿਹੜੇ ਵੱਖ-ਵੱਖ ਨਗਾਰੇ ਸੀ, 5 ਨਗਾਰਿਆਂ ਦੇ ਵਿੱਚ ਇੱਕ ਨਗਾਰਾ ਬਾਬਾ ਭਾਈ ਰੂਪ ਚੰਦ ਜੀ ਦਾ ਸੀ। ਬਾਬਾ ਭਾਈ ਰੂਪ ਚੰਦ ਜੀ ਦੇ ਪਰਿਵਾਰ ਦਾ ਇੱਕ ਨਗਾਰਾ ਜਿਹੜਾ ਉਹ ਇੱਥੋਂ ਮਾਲਵੇ, ਕਿਉਂਕਿ ਬਾਬਾ ਭਾਈ ਰੂਪ ਚੰਦ ਜੀ ਨੂੰ 6ਵੇਂ ਪਾਤਸ਼ਾਹ ਨੇ ਮਾਲਵੇ ਦਾ ਮੁਖੀ ਥਾਪਿਆ, ਔਰ ਉਹਨਾਂ ਨੂੰ ਆਪਣੇ ਭਾਈ ਦਾ ਖਿਤਾਬ ਦਿੱਤਾ, ਲੰਗਰ ਚਲਾਉਣ ਦਾ ਹੁਕਮ ਦਿੱਤਾ, ਜਵਾਨਾਂ ਤਲਵਾਰਾਂ ਦੇ ਵਰ ਦਿੱਤੇ। ਬਹੁਤ ਵੱਡੇ ਕੀਰਤੀਮਾਨ ਬਾਬਾ ਭਾਈ ਰੂਪ ਚੰਦ ਜੀ ਨੇ ਸਥਾਪਿਤ ਕੀਤੇ। ਇਹ ਬਾਬਾ ਜਿਹੜਾ ਜਵਾਨਾਂ ਤਲਵਾਰਾਂ ਦਾ ਵਾਰ ਆ ਜੀ, ਇਹਦੇ ਵਾਸਤੇ ਥੋੜਾ ਜਿਹਾ ਸੰਗਤ ਨੂੰ ਵਿਸਥਾਰ ਰੂਪ ਵਿੱਚ ਦੱਸਿਓ ਵੀ ਇਹ ਵਰ ਕਿਦਾਂ ਦਾ ਜੀ, ਕੀ ਹੈਗਾ ਵੀ ਜੋ ਜਵਾਨ ਚੋਂ ਕਹਿਤਾ ਉਹ ਪਾਰ ਜਾਊਗਾ, ਪੂਰਾ ਅੱਜ ਵੀ ਪੂਰਾ ਹੁੰਦਾ। ਸਹਿ ਸੁਭਾਵਕ ਬਾਬਾ ਭਾਈ ਰੂਪ ਚੰਦ ਜੀ ਦੀ ਅਣਸਵਰ ਤੇ ਕਿਰਤੀ ਪਰਿਵਾਰ, ਕਿਉਂਕਿ ਕਿਰਤ ਨਾਲ ਜੋੜਿਆ ਗੁਰੂ ਸਾਹਿਬ ਨੇ, ਬਾਲੇ ਟੁਮ ਟਮਕੇ ਵਾਲੇ ਨਹੀਂ ਪਰਿਵਾਰ ਵੀ। ਉਹ ਤਾਂ ਰਾਜ ਭਾਗ ਇਹਨਾਂ ਦਾ ਜਿਹੜਾ ਪਿਛੋਕੜ ਸਮੁੱਚੇ ਬਾਬੇ ਭਾਈ ਰੂਪ ਚੰਦ ਦੀ ਅਣਸਵਰ ਦਾ ਰਾਜ ਭਾਗ ਦਾ ਬਹੁਤ ਵੱਡੀਆਂ ਜਿਹੜੀਆਂ ਘਰਾਣਾ ਹੈ, ਬਹੁਤ ਵੱਡਾ ਘਰਾਣਾ ਟਿਕਾਣਾ ਹੈ। ਸਤਿਗੁਰੂ ਜੀ ਦੀ ਬਹੁਤ ਵੱਡੀ ਬਖਸ਼ਿਸ਼ ਹੈ। ਅੱਜ ਵੀ ਸਾਡੇ ਜਿਹੜੇ ਪਰਿਵਾਰ ਹੈ ਉਹ ਲੱਖਾਂ ਅਰਬਾਂ ਚ ਆਏ ਨਹੀਂ ਕੋਈ ਗੱਲ, ਪਰ ਕਿਰਤ ਨਾਲ ਵੀ ਬਹੁਤ ਜੁੜੇ ਹੋਏ। ਤੇ ਜਦੋਂ ਸਹਿ ਸੁਭਾਵਕ ਇਹ ਜੋੜਾ ਜਵਾਨ ਚੋਂ ਕਹਿਤਾ, ਅੱਜ ਵੀ ਪੂਰਾ ਹੁੰਦਾ। ਇਹ ਨਹੀਂ ਗੱਲ ਅੱਜ ਵੀ ਸਿਲਕ ਦੇ ਵਿੱਚ ਐ ਨਹੀਂ, ਬਹੁਤ ਸਾਰੇ ਪਹੁੰਚੇ। ਇਹ ਤਾਂ ਜਦੋਂ ਦੂਸਰੀਆਂ ਜਿਹੜੀਆਂ ਵੰਸ਼ਾਂ ਸਾਰੇ ਲੋਕ ਦੂਰੋਂ ਕਹਿੰਦੇ ਮਹਾਰਾਜ ਭਾਈ ਸਾਹਿਬ ਵੀ ਕਿਤੇ ਕੋਈ ਐਸਾ ਸ਼ਬਦ ਨਾ ਜ਼ਬਾਨ ਚੋਂ ਕਹਿ ਦੇਣ ਵੀ ਜੇ ਕੋਈ ਆਖੜ ਨਾਲ ਕੋਲ ਦੀ ਲੰਘਿਆ ਤੇ ਕੋਈ ਸ਼ਬਦ ਕਹਿਤਾ ਤਾਂ ਉਹ ਪੂਰਾ ਹੋਊਗਾ। ਲੰਗਰ ਜਿਹੜੇ ਸਤਿਗੁਰੂ ਜੀ ਕਹਿੰਦੇ ਤੇਰੇ ਸਦਾ ਅਟਲ ਰਹਿਣਗੇ। ਕਿੱਡੇ ਵੱਡੇ ਕੀਰਤੀਮਾਨ ਸਥਾਪਿਤ। ਤੁਹਾਨੂੰ ਮੈਂ ਥੋੜਾ ਸਮਾਂ ਵੀ ਲੱਗੂਗਾ। ਮਹਾਰਾਜ ਦਾ ਯੁੱਧ ਹੋਇਆ, ਮਹਾਰਾਜ ਦਾ ਜਦੋਂ ਯੁੱਧ ਹੋਇਆ ਤੇ ਲੱਲਾ ਬੇਗ 35,000 ਫੌਜ ਲੈ ਕੇ ਆਇਆ। ਇੱਧਰ ਸਤਿਗੁਰੂ ਜੀ ਨਾਲ ਲਗਭਗ 8,000 ਯੋਧੇ ਸੀ। ਤੇ ਹਜੂਰ ਪਾਤਸ਼ਾਹ ਨੇ ਇੱਥੋਂ ਜਾਂਦਿਆਂ ਹੋਇਆ ਜਦੋਂ, ਕਿਉਂਕਿ ਲੰਮੀ ਕਹਾਣੀ ਹੈ, ਸੇਠ ਕਰੋੜੀ ਮੱਲ ਨੇ ਜਿਹੜੇ ਘੋੜੇ ਭੇਟ ਕੀਤੇ ਸੀ ਉਹ ਘੋੜੇ ਖੋਲੇ ਲਾਹੌਰ ਦੇ ਸੂਬੇ ਨੇ। ਤੇ ਉਹਨਾਂ ਨੇ ਬੇਨਤੀ ਕੀਤੀ ਛੇਵੇਂ ਸਤਿਗੁਰੂ ਜੀ ਨੂੰ ਵੀ ਸਤਿਗੁਰੂ ਜੀ ਘੋੜੇ ਬੜੇ ਚਾਅ ਨਾਲ ਪਾਲੇ ਸੀ। ਰੋਣ ਲੱਗ ਗਿਆ ਨਾ ਜਦੋਂ ਸਤਿਗੁਰੂ ਜੀ ਕਹਿੰਦੇ ਵੀ ਇਹ ਤਾਂ ਫਿਰ ਗੁਰੂ ਘਰ ਦੇ ਸੀ। ਇਹ ਤਾਂ ਉਦੋਂ ਹੀ ਜਦੋਂ ਗਲਪੜੀ ਚ ਲਿਆ ਨਾ ਕਰੋੜੀ ਮੱਲ ਨੂੰ,
ਇਹ ਤਾਂ ਉਦਣ ਹੀ ਗੁਰੂ ਦਰਬਾਰ 'ਚ ਪ੍ਰਵਾਨ ਹੋ ਗਏ ਜਿੱਦਣ ਤੂੰ ਗੁਰੂ ਦਾ ਨਾਮ ਲੈ ਕੇ, ਜਿਸ ਦਿਨ ਤੂੰ ਗੁਰੂ ਸਾਹਿਬ ਦਾ ਨਾਮ ਲੈ ਕੇ, ਗੁਰੂ ਨਾਨਕ ਦੇ ਘਰ ਦਾ ਨਾਮ ਲੈ ਕੇ ਪਾਲਣ ਲੱਗ ਗਿਆ, ਇਹ ਤਾਂ ਉਦਣ ਹੀ ਪ੍ਰਵਾਨ ਹੋ ਗਏ। ਤੂੰ ਕਾਹਦਾ ਫਿਕਰ ਕਰਦਾ? ਹੁਣ ਤਾਂ ਸਾਡੇ ਰਹਿ ਗਏ, ਅਸੀਂ ਲੈ ਆਵਾਂਗੇ। ਜਦੋਂ ਘੋੜੇ ਲੈ ਕੇ ਆਇਆ ਬਿਧੀ ਚੰਦ, ਜਦੋਂ ਦੂਸਰਾ ਘੋੜਾ ਲੈ ਕੇ ਆਇਆ ਬਿਧੀ ਚੰਦ ਜੀ, ਬਾਬਾ ਬਹਾਦਰ ਬਿਧੀ ਚੰਦ ਜੀ, ਇਹ ਕਹਿ ਕੇ ਆਏ ਵੀ ਭਾਈ ਰੂਪੇ ਹੈ ਗੁਰੂ ਸਾਹਿਬ, ਜੇ ਤੇਰੇ 'ਚ ਤਾਕਤ ਤਾਂ ਆ ਜੀ। ਫਿਰ ਬੰਗਾਰ ਕੇ ਆਏ, ਕੋਈ ਉਹ ਚੋਰੀ ਹੋਣੀ। ਸਾਹਮਣੇ ਖੜੋ ਕੇ ਬਾਬਾ ਜੀ ਦਾ ਵੱਡਾ ਜਿਗਰਾ ਸੀ, ਬਾਬਾ ਬਿਧੀ ਚੰਦ ਤੇ ਸਤਿਗੁਰੂ ਜੀ ਬਹੁਤ ਵੱਡੀ ਕਿਰਪਾ ਸੀ। ਅੱਜ ਉਹਨਾਂ ਦੇ 7 ਦਲ ਚੱਲਦੇ ਬਾਬਾ ਜੀ ਦੇ ਨਾਂ ਤੇ, ਉਹਨਾਂ ਦੀ ਅਣਸ ਬਣਸ ਬਹੁਤ, ਸਤਿਗੁਰੂ ਜੀ ਬਹੁਤ ਵੱਡੀ ਬਖਸ਼ਿਸ਼ ਹੈ। ਬਾਬਾ ਅਵਤਾਰ ਸਿੰਘ ਹੋ ਰਹੀ, ਉਹ ਬਹੁਤ ਸਤਿਗੁਰੂ ਜੀ ਦੀ ਰਹਿਮਤ ਹੈ। ਉਹ ਕਹਿ ਕੇ ਆਏ ਵੀ ਜੇ ਤੇਰੇ 'ਚ ਪਾਵਰ ਤਾਂ ਭਾਈ ਰੂਪੇ ਹੈ ਗੁਰੂ ਸਾਹਿਬ, ਆ ਜੀ। ਘੋੜੇ ਲੈ ਕੇ ਚੱਲਿਆ, ਮੈਂ ਲੈ ਕੇ ਚੱਲਿਆ, ਇਹ ਸਾਡੇ ਸੀ, ਮੈਂ ਲੈ ਚੱਲਿਆ। ਉਹ ਫਿਰ ਉਦੋਂ ਲਾਲਾ ਵੇਗ ਚੜ੍ਹ ਕੇ ਆਇਆ ਇੱਥੇ। ਫਿਰ ਜਦੋਂ ਜਿਸ ਦਿਨ ਦੂਸਰਾ ਘੋੜਾ ਲੈ ਕੇ ਆਏ, ਉਦੋਂ ਨੂੰ ਸਤਿਗੁਰੂ ਜੀ ਕਾਂਗੜ ਸੀ ਆਏ ਇੱਥੇ, ਬਾਬਾ ਬਿਧੀ ਚੰਦ ਜੀ ਇੱਥੋਂ ਪ੍ਰਸ਼ਾਦਾ ਛਕ ਕੇ ਬਾਬਾ ਭਾਈ ਰੂਪ ਚੰਦ ਤੋਂ ਫਿਰ ਕਾਂਗੜ ਚਲੇ ਗਏ। ਜਾ ਕੇ ਦੱਸਤਾ ਵੀ ਗੁਰੂ ਸਾਹਿਬ ਜੀ ਵੀ ਫੌਜ ਆਊਗੀ, ਮੈਂ ਤਾਂ ਦੱਸਿਆ ਹੈ। ਗੁਰੂ ਸਾਹਿਬ ਕਹਿੰਦੇ ਸਾਨੂੰ ਪਤਾ ਸੀ, ਦੱਸ ਕੇ ਆਏਂਗੇ। ਉੱਥੋਂ ਜਦੋਂ ਵਾਪਸ ਆਏ ਇੱਥੋਂ, ਫਿਰ ਹੁਣ ਯੁੱਧ ਵਾਸਤੇ, ਕਿਉਂਕਿ ਸਤਿਗੁਰੂ ਜੀ ਬੜੇ ਮਾਹਰ ਸੀ ਯੁੱਧ ਦੇ, ਬਹੁਤ ਵੱਡੀ ਬਖਸ਼ਿਸ਼ ਸੀ ਕਿ ਯੁੱਧ ਦਾ ਮੈਦਾਨ ਜਿਹੜਾ ਸਿਆਣਾ ਸੂਝਵਾਨ ਜਰਨੈਲ ਹੈ, ਉਹਦੀ ਸਭ ਤੋਂ ਵੱਡੀ ਜਿਹੜੀ ਤਾਕਤ ਹੈ, ਉਹ ਯੁੱਧ ਦੇ ਮੈਦਾਨ ਦੀ ਆਪ ਚੋਣ ਕਰ। ਤੇ ਉੱਥੇ ਨਥਾਣੇ, ਉੱਥੇ ਢਾਬ ਸੀ ਪਾਣੀ ਦੀ ਤੇ ਖੁੱਲਾ ਮੈਦਾਨ ਸੀਗਾ। ਤੇ ਉੱਥੇ ਫਿਰ ਸਤਿਗੁਰੂ ਜੀ ਉੱਥੇ ਫਿਰ ਜਾਣ ਲੱਗੇ। ਬਾਬਾ ਭਾਈ ਰੂਪ ਚੰਦ ਜੀ ਕਹਿੰਦੇ ਵੀ ਮੇਰੀ ਲੈ ਕੋਈ ਸੇਵਾ। ਉਹ ਕਹਿੰਦੇ ਵੀ ਤੂੰ ਪ੍ਰਸ਼ਾਦਾ ਛਕਾਉਣਾ, ਲੰਗਰ ਲੈ ਕੇ ਆਈ। ਕਹਿੰਦੇ ਜੀ ਕਿੰਨਾ ਵਾਸਤੇ? ਉਹ ਕਹਿੰਦੇ ਸਾਰਿਆਂ ਵਾਸਤੇ ਲੈ ਆਈ। ਗੁਰੂ ਸਾਹਿਬ ਸੁਭਾਅ ਕਹਿੰਦੇ ਵੀ ਸਾਰੇ ਜਿੰਨੇ ਯੁੱਧ ਲੜਨ ਵਾਸਤੇ ਆਉਣਗੇ ਸਾਰਿਆਂ ਵਾਸਤੇ ਲੈ ਆਈ। ਤੇ ਕਹਿੰਦੇ ਜੀ ਫਿਰ ਯੁੱਧ ਚੱਲਦਾ ਹੋ ਕਿਵੇਂ ਪ੍ਰਸ਼ਾਦਾ ਛਕਾਵਾਂਗੇ? ਉਹ ਕਹਿੰਦੇ ਗੱਡਿਆਂ ਤੇ ਰੱਖ ਲਈ ਪ੍ਰਸ਼ਾਦਾ, ਲੰਗਰ ਤਿਆਰ ਕਰ ਲਈ ਤੇ ਫਿਰ ਆਵਾਜ਼ ਦਿੰਦਾ ਜਾਈ ਵੀ ਗੁਰੂ ਦਾ ਲੰਗਰ ਤਿਆਰ ਆ, ਜਿਹੜਾ ਪੰਗ 'ਚ ਬੈਠ ਕੇ ਛਕਾਈ ਚੱਲੇ। ਹਾਂਜੀ, ਉਹ ਫਿਰ ਇਹੀ ਕੀਤਾ ਜੀ। ਮਾਘ ਦਾ ਮਹੀਨਾ ਸੀ, ਮੋਠ ਬਾਜਰੇ ਦੀ ਖਿਚੜੀ ਬਣਾਈ ਤੇ ਹਾਵਲ ਕੜਾਹ ਪ੍ਰਸ਼ਾਦ ਬਣਾਇਆ, ਦਾਲ ਫੁਲਕਾ ਬਣਾਇਆ। ਤੇ ਹੁਣ ਤਾਂ ਮੋਠ ਬਾਜਰੇ ਦੀ ਖਿਚੜੀ ਕਿਸੇ ਨੂੰ ਪਤਾ ਹੀ ਨਹੀਂ, ਬਹੁਤ ਵੱਡੀ એનર્ਜੀ ਵਾਲੀ ਚੀਜ਼ ਸੀ। ਤੇ ਉਹ ਤਿਆਰ ਕਰਕੇ ਜਦੋਂ ਲੈ ਕੇ ਗਏ ਤੇ ਆਵਾਜ਼ ਦੇ ਦਿਆ ਕਰਨ ਵੀ ਗੁਰੂ ਦਾ ਲੰਗਰ ਤਿਆਰ ਹੈ। ਹੁਣ ਜਿਹੜੇ ਲੱਲਾ ਵੇਗ ਨਾਲ ਆਏ ਸਿੱਖਾਂ ਨੂੰ ਮਾਰਨ ਵਾਸਤੇ, ਉਹ ਵੀ ਮੂਹਰੇ ਬੈਠ ਜਾ ਕਰਨ, ਜਦੋਂ ਭੁੱਖ ਲੱਗੀ ਹੁੰਦੀ ਉਹਨਾਂ ਨੂੰ ਵੀ ਪ੍ਰਸ਼ਾਦਾ ਵਾਹਿਗੁਰੂ ਕਹਿ ਕੇ ਸਾਰਿਆਂ ਨੂੰ ਸਿਖਾਤਾ। ਐਂਡ ਤੇ ਫਿਰ ਸਿੱਖਾਂ ਨੇ ਸ਼ਿਕਾਇਤ ਕੀਤੀ ਵੀ ਬਾਬਾ ਭਾਈ ਰੂਪ ਚੰਦ ਜੀ ਦੀ ਵੀ ਹਾਂਜੀ ਇਹ ਤਾਂ ਰਲ ਗਿਆ ਨਾਲ ਲਾਲਾ ਵੇਗ ਤੇ ਜੰਗੀਰ ਦੇ ਲਾਲਚ 'ਚ ਅਸੀਂ ਤਾਂ ਮਾਰ ਕੇ ਮਸਾਂ ਸਿੱਟਦੇ ਸੀ, ਇਹ ਛਕਾ ਕੇ ਫਿਰ ਕਾਇਮ ਕਰ ਦਿੰਦਾ ਸੀ। ਤੇ ਗੁਰੂ ਸਾਹਿਬ ਕਹਿੰਦੇ ਵੀ ਭਾਈ ਸਾਹਿਬ ਕੀ ਗੱਲ ਹੋਈ? ਉਹ ਕਹਿੰਦੇ ਜੀ ਵੀ ਕੀ ਗੱਲ ਹੋਈ? ਕਹਿੰਦੇ ਜੀ ਤੁਸੀਂ ਹੁਕਮ ਕੀਤਾ ਸਾਰਿਆਂ ਨੂੰ ਸਿਖਾਉਣਾ, ਮੈਂ ਸਾਰਿਆਂ ਨੂੰ ਸਿਖਾਤਾ। ਮੈਨੂੰ ਤਾਂ ਅੱਜ ਤੱਕ ਤੁਸੀਂ ਦੂਈ ਦਵੈਸ਼ ਕੋਈ ਪੜ੍ਹਾਈ ਨਹੀਂ। ਤੁਸੀਂ ਤਾਂ ਅੱਜ ਤੱਕ ਸਾਂਝੀਵਾਲਤਾ ਦੀ ਗੱਲ ਕੀਤੀ, ਤੁਸੀਂ ਸਾਰਿਆਂ ਵਾਸਤੇ ਕਿਹਾ, ਤੁਸੀਂ ਕਿਹਾ ਵੀ ਗੁਰੂ ਕੇ ਲੰਗਰ ਦਾ ਆਵਾਜ਼ਾ ਦਿਓ। ਜਿਹੜਾ ਪੰਗ 'ਚ ਬੈਠੀ ਗਿਆ ਮੈਨੂੰ ਤਾਂ ਤੇਰਾ ਹੀ ਰੂਪ ਲੱਗਿਆ। ਬਿਲਕੁਲ ਹਜੂਰ ਪਾਤਸ਼ਾਹ ਨੇ ਛਾਤੀ ਨਾਲ ਲਾਇਆ। ਇੱਕ ਪਾਸੇ ਤਾਂ ਜ਼ਖਮੀ ਤੜਫਦੇ ਸੀ, ਲਹੂ ਲੁਹਾਨ ਹੋਏ ਪਏ ਸੀ ਜੰਗ ਦੇ ਮੈਦਾਨ। ਹਜੂਰ ਪਾਤਸ਼ਾਹ ਛਾਤੀ ਨਾਲ ਲਾਇਆ, ਭਾਈ ਰੂਪ ਚੰਦ ਤੇਰੇ ਲੰਗਰ ਜਿਹੜੇ ਸਦਾ ਹੀ ਟਲਦੇ ਰਹਿਣਗੇ, ਤੈਨੂੰ ਤਲਵਾਰ ਚੱਕਣ ਦੀ ਲੋੜ ਨਹੀਂ, ਤੇਰੀਆਂ ਜਵਾਨਾਂ ਹੀ ਤਲਵਾਰ। ਹਜੂਰ ਪਾਤਸ਼ਾਹ ਨੇ ਇਹ ਬਖਸ਼ਿਸ਼ ਦਿੱਤਾ ਭਾਈ ਕਨ੍ਹਈਏ ਤੋਂ 80 ਸਾਲ ਪਹਿਲਾਂ। ਇਹ ਵੱਖਰੀ ਗੱਲ ਵੀ ਪ੍ਰਚਾਰ ਘੱਟ ਹੋਇਆ। ਤੇ ਭਾਈ ਕਨ੍ਹਈਆ ਜੀ ਤੋਂ 80 ਸਾਲ ਪਹਿਲਾਂ ਇਹ ਰੈੱਡ ਕਰਾਸ ਦੀ ਨੀਂਹ ਤੇ ਰੈੱਡ ਕਰਾਸ ਦੀ ਸਥਾਪਨਾ ਹੁਣ ਤੋਂ 225 ਸਾਲ ਪਹਿਲਾਂ ਇਹ ਬਾਬਾ ਭਾਈ ਰੂਪ ਚੰਦ ਜੀ ਨੇ ਰੈੱਡ ਕਰਾਸ ਦੀ ਨੀਂਹ ਰੱਖੀ। ਸਾਂਝੀਵਾਲਤਾ ਦਾ ਉਹ ਵੱਡਾ ਜਿਹੜਾ ਉਪਦੇਸ਼ ਹੈ ਉਹ ਦਿੱਤਾ। ਇਹ ਸਤਿਗੁਰੂ ਜੀ ਦੀਆਂ ਬਹੁਤ ਵੱਡੀਆਂ ਬਖਸ਼ਾਂ। ਫਿਰ ਉੱਥੋਂ ਆਣ ਕੇ ਇੱਥੇ ਗੁਰਦੁਆਰਾ ਸਾਹਿਬ ਕਾਲੇ ਬਾਗ ਹੈ, ਇੱਥੇ ਆਣ ਕੇ ਗੁਰੂ ਸਾਹਿਬ ਨੇ ਕਮਰ ਕੱਸਾ ਖੋਲ੍ਹਿਆ। ਉੱਥੋਂ ਫਿਰ ਅੱਗੇ ਕੀਰਤਪੁਰ ਸਾਹਿਬ ਵੱਲ ਨੂੰ ਗਏ, ਉੱਥੇ ਵੀ ਇੱਕ ਸੱਪ ਦੀ ਜਿਹੜੀ ਅਜਗਰ ਦੀ ਮੁਕਤੀ ਕੀਤੀ ਸਤਿਗੁਰੂ ਜੀ ਨੇ। ਜਿਹੜਾ ਉਹ ਆਇਆ ਹਜੂਰ ਪਾਤਸ਼ਾਹ ਜਦੋਂ ਉੱਥੇ ਬੈਠੇ ਤੇ ਸੱਪ ਬੜਾ ਭਾਰੀ ਦੇਹ ਸੀ, ਉਹ ਵੱਧਦਾ ਆ ਰਿਹਾ ਸੀ। ਤੇ ਉਹ ਜਦੋਂ ਆਇਆ ਤੇ ਸਿੱਖਾਂ ਅੱਗੋਂ ਰੋਕਣ ਲੱਗੇ, ਸਤਿਗੁਰੂ ਜੀ ਕਹਿੰਦੇ ਆ ਜਾਣ ਦਿਓ। ਜਦੋਂ ਅੱਗੇ ਆਇਆ ਹਜੂਰ ਪਾਤਸ਼ਾਹ ਨੇ ਜੁੱਤੀ ਦਾ ਜਿਹੜਾ ਪੈਰ ਦੀ ਜੁੱਤੀ ਪੈਰੋਂ ਮੇ ਸਣੇ ਜੁੱਤੀ ਉਹਦੇ ਸਿਰ ਤੇ ਰੱਖਿਆ, ਉਹ ਐਂ ਪਾਟ ਗਿਆ। ਉਹਦੇ ਵਿੱਚ ਕਿਰਮ ਸੀ, ਬੁੜਕ ਕੇ ਉਹ ਬਾਹਰ ਡਿੱਗਣ ਲੱਗੀ। ਤੇ ਸਿੱਖਾਂ ਨੇ ਪੁੱਛਿਆ ਵੀ ਇਹ ਕੌਣ ਹੈ ਜੀ? ਉਹ ਕਹਿਣ ਲੱਗੇ ਵੀ ਇਹ ਨਕਲੀ ਗੁਰੂ ਸੀ, ਇਹ ਆਪਣੇ ਆਪ ਨੂੰ ਗੁਰੂ ਕਹਾਉਂਦਾ ਸੀ ਤੇ ਇਹ ਤੜਫਦਾ ਫਿਰਦਾ ਸੀ। ਹੁਣ ਇਹਦੀ ਮੁਕਤੀ ਆਪ ਤਾਂ ਇਹਦੀ ਕੀ ਹੋਣੀ ਸੀ? ਤੇ ਕਹਿੰਦੇ ਜੀ ਆ ਜਿਹੜੇ ਕਿਰਮ ਕੀੜੇ, ਉਹ ਕਹਿੰਦੇ ਫਿਰ ਇਹ ਜਿਹੜੇ ਇਹਦੇ ਉਪਾਸਕ ਸੀ, ਜਿਹੜੇ ਗੁਰੂ ਦੀ ਅਸਲੀ ਦੀ ਪਰਖ ਨਹੀਂ ਕਰ ਸਕਦੇ, ਨਾਲ ਲੱਗੇ ਹੋਏ ਸੀ, ਇਹਦੀ ਪੂਜਾ ਕਰਦੇ ਸੀ।
ਫਿਰ ਸਾਰਿਆਂ ਦੀ ਮੁਕਤੀ ਸਤਿਗੁਰੂ ਜੀ ਨੇ ਕੀਤੀ। ਇੱਥੋਂ 1.5 ਕਿਲੋਮੀਟਰ ਗੁਰਦੁਆਰਾ ਸਾਹਿਬ ਸ੍ਰੀ ਕਾਲੇ ਬਾਗ ਸਾਹਿਬ ਕਾਲੇ ਬਾਗ ਉਸ ਵਾਏਮਾਨ ਹੈ। ਇੱਥੋਂ 7 ਕਿਲੋਮੀਟਰ ਉਹ ਸਥਾਨ ਹੈ ਜਿੱਥੇ ਬਾਬਾ ਭਾਈ ਰੂਪ ਚੰਦ ਜੀ ਤੇ ਬਾਬਾ ਸੱਧੂ ਜੀ ਇਹਨਾਂ ਦੇ ਪਿਤਾ ਜੀ ਹਾਂਜੀ ਹਾੜੀ ਵੜਦੇ ਸੀ। ਤੇ ਜਦੋਂ ਪਿਆਸ ਲੱਗੀ ਤੇ ਕੂਨਾ ਭਰ ਕੇ ਉਸ ਸਮੇਂ ਦੇ ਰਿਵਾਜ ਮੁਤਾਬਕ ਕੁਝ ਇਤਿਹਾਸਕਾਰ ਨੇ ਮਟਕਾ ਵੀ ਲਿਖਿਆ, ਹਾਂਜੀ। ਕੂਨਾ ਭਰ ਕੇ ਜਿਹੜਾ ਟੰਗਿਆ ਸੀ ਪਾਣੀ ਸੰਭਾਲ ਕੇ, ਜੰਡ ਦਾ ਦਰਖਤ ਅੱਜ ਵੀ ਸਬਾਏਮਾਨ ਉੱਥੇ, ਹਾਂਜੀ ਉਹਦੇ ਨਾਲ ਟੰਗਿਆ ਸੀ। ਤੇ ਜਦੋਂ ਆਏ ਜਲ ਛਕਣ ਵਾਸਤੇ ਬਾਬਾ ਭਾਈ ਰੂਪ ਚੰਦ ਜੀ 22 ਸਾਲਾਂ ਦੀ ਆਰਜੂ ਸੀ ਉਸ ਟਾਈਮ, ਤੇ ਕਹਿਣ ਲੱਗੇ ਵੀ ਮੈਂ ਜਲ ਛਕਿਆ। ਮੈਂ ਉਹਦੇ ਪਿਤਾ ਜੀ ਨੂੰ ਕਹਿੰਦੇ ਛਕਿਆ ਪੁੱਤਰਾ। ਜਦੋਂ ਆਏ ਤਾਂ ਐ ਪੁੱਠੇ ਹੱਥ ਤੋਂ ਕੱਢ ਗਿਆ, ਇਹਨਾਂ ਠੰਡਾ ਲੱਗਿਆ ਵੀ ਮਨ ਵਿੱਚ ਇੱਕ ਬਣ ਗਿਆ ਚਾਹ ਵੀ ਫੁਰਨਾ ਬਣ ਗਿਆ। ਹੁਣ ਅੱਜ ਤਾਂ ਨਾਰਮਲ ਗੱਲ ਹੈ, ਹੁਣ ਆਪਣੇ ਗੱਡੀ 'ਚ ਵੀ ਫਰਿੱਜਾਂ ਲੱਗੀਆਂ ਵੀ, ਜਿੱਥੇ ਜਾਓ ਵੱਡਿਆਂ ਤੇ ਵਾਟਰ ਕੂਲਰ ਲੱਗਿਆ, ਹਰੇਕ ਘਰੇ 2-2 3-3 ਫਰਿੱਜਾਂ ਪਈਆਂ। ਠੰਡਾ ਪਾਣੀ ਹੋਣਾ ਬਹੁਤ ਵੱਡਾ, ਠੰਡਾ ਪਾਣੀ ਉਸ ਟਾਈਮ ਤਾਂ ਕਿਤੇ ਅੰਮ੍ਰਿਤ ਬਰਾਬਰ। ਹਾਂਜੀ। ਬਾਬਾ ਸਿੱਧੂ ਜੀ ਕਹਿੰਦੇ ਵੀ ਬੇਟਾ ਜੇ ਜਲ ਹੀ ਨਹੀਂ ਛਕਿਆ ਤੇ ਫਿਰ ਕਰਨ ਕੀ ਗਏ ਸੀ? ਕਹਿ ਗਏ ਤਾਂ ਜਲ ਛਕਣ ਸੀ, ਪਰ ਪਿਤਾ ਜੀ ਜਲ ਇੰਨਾ ਠੰਡਾ ਹੈ, ਜੇ ਕਿਤੇ ਛੇਵੇਂ ਸਤਿਗੁਰੂ ਜੀ ਆਣ ਕੇ ਛਕਣ ਫਿਰ ਆਪਾਂ ਛਕੀਏ, ਫਿਰ ਗੱਲ ਬਣਦੀ। ਤੇ ਬਾਬਾ ਸਿੱਧੂ ਜੀ ਕਹਿਣ ਲੱਗੇ ਭੋਲਿਆ ਗੁਰੂ ਸਾਹਿਬ ਭਾਈ ਕੀ ਡਰੋਲੀ, ਤਿੱਖੜ ਦੁਪਹਿਰਾ, ਕਾਂ ਅੱਖ ਨਿਕਲਦੀ ਹੈ ਤੇ ਹੁਣ ਗੁਰੂ ਸਾਹਿਬ ਕਿੱਥੇ ਆਉਣਗੇ? ਆਪਾਂ ਤਾਂ ਖੇਤਾਂ 'ਚ ਬੈਠੇ। ਕਹਿਣ ਲੱਗੇ ਨਹੀਂ ਜੀ, ਕਹਿੰਦਾ ਚੱਲ ਆਇਆ ਨਹੀਂ ਕਰੀਦਾ, ਚੱਲ ਆਪਾਂ ਜਲ ਛਕੀਏ। ਜਦੋਂ ਉਹ ਵੀ ਆਏ ਤੇ ਜੰਡ ਦੇ ਥੱਲੇ, ਤੇ ਜਦੋਂ ਜਲ ਦੇ ਦਰਸ਼ਨ ਕੀਤੇ, ਦੇਖਿਆ ਠੰਡੀ ਹਵਾ ਲੱਗੀ, ਕਹਿਣ ਲੱਗੀ ਵੀ ਗੱਲ ਤਾਂ ਠੀਕ ਹੈ ਵੀ ਜੇ ਗੁਰੂ ਸਾਹਿਬ ਜਲ ਛਕਣਗੇ ਫਿਰ ਹੁਣ ਤਾਂ ਹੀ ਛਕਾਂਗੇ। ਹਾੜੀ ਵੱਢਣ ਲੱਗ ਗਏ, ਇਹ ਆਸ ਲੱਗਦੀ ਹੈ, ਹਾੜੀ ਵੱਢੀ ਜਾਂਦੇ ਹੈ, ਗੁਰੂ ਸਾਹਿਬ ਨੂੰ ਯਾਦ ਕਰੀ ਜਾਂਦੇ ਮੇਰੇ ਸ਼ਹਿਨਸ਼ਾਹ ਜੀ, ਕਿਤੇ ਤੁਸੀਂ ਆਣ ਕੇ ਜਲ ਛਕੋ ਤੇ ਫਿਰ ਗੱਲ ਬਣਦੀ ਹੈ। ਹੁਣ ਇਤਿਹਾਸ ਨੇ ਇੱਥੋਂ ਤੱਕ ਦੱਸਿਆ ਵੀ ਜਦੋਂ ਜ਼ਿਆਦਾ ਪਿਆਸ ਲੱਗੀ, ਸਰੀਰ ਨਿਰਬਲ ਹੋ ਗਿਆ, ਫਿਰ ਜੰਡ ਦੇ ਥੱਲੇ ਆਣ ਕੇ ਪੈ ਗਏ ਤੇ ਫਿਰ ਯਾਦ ਕਰੀ ਜਾਂਦੇ ਗੁਰੂ ਸਾਹਿਬ ਨੂੰ। ਐ ਤਿੱਖੜ ਦੁਪਹਿਰਾ ਸੀ। ਇੱਥੋਂ ਜਿਹੜਾ ਅੱਜ ਦਾ ਜਿਹੜਾ ਸੜਕੀ ਰਸਤਾ 85 ਕਿਲੋਮੀਟਰ ਬਣ ਜਾਂਦਾ, ਜਿਹੜਾ ਹੁਣ ਦਾ ਰਸਤਾ ਵਿੰਗ ਬਲ ਪਾ ਕੇ ਪਿੰਡਾਂ ਵਿੱਚ ਜਿੱਥੋਂ ਮਹਾਰਾਜ ਨੇ ਆਉਣਾ ਸੀ ਭਾਈ ਕੀ ਡਰੋਲੀ। ਤੇ ਉਸ ਟਾਈਮ 25 ਕੋਹ ਲਿਖਿਆ ਸਿੱਧਾ ਗੁਰੂ ਸਾਹਿਬ, ਉਹਨਾਂ ਟਾਈਮਾਂ ਡੰਡੀਆਂ ਤੇ ਹੁਣ ਦੇ ਰਸਤਿਆਂ ਦਾ ਫਰਕ ਪਿਆ। ਬਿਲਕੁਲ। ਤੇ ਗੁਰੂ ਸਾਹਿਬ ਨੇ ਫਿਰ ਇੱਕੇ ਦਾ ਵੀ ਕਿਹਾ ਭਾਈ ਵਿਧੀ ਚੰਦ ਨੂੰ ਵੀ ਘੋੜਾ ਲੈ ਕੇ ਆਓ, ਲਾਣਾ ਹੀ ਲੈ ਆਓ, ਕਾਠੀ ਪਾਉਣ ਦਾ ਟਾਈਮ ਨਹੀਂ। ਉਵੇਂ ਹੀ ਘੋੜਾ ਲੈਣ ਦਾ। ਗੁਰੂ ਸਾਹਿਬ ਦੇ ਜਿਹੜਾ ਛੋਟੀ ਦਸਤਾਰ ਸੀਗੀ ਤੇ ਉਵੇਂ ਹੀ ਮਾਰ ਕੇ ਪਲਾਕੀ ਬੈਠ ਗਈ। ਫਿਰ ਸੰਗਤ ਮਗਰ ਆਈ, ਭਾਈ ਵਿਧੀ ਚੰਦ ਜੀ, ਭਾਈ ਗੁਰਦਾਸ ਬਾਬਾ ਬੁੱਢਾ ਜੀ ਸਾਰੇ, ਤੇ ਫਿਰ ਉਹ ਗੁਰਦੁਆਰਾ ਜੰਡ ਸਾਹਿਬ ਆਏ। ਉੱਥੇ ਜੰਡ ਸਵਾਏਮਾਨ ਉਹ ਮੌਜੂਦ ਆ ਜੀ। ਹਾਂਜੀ ਕੋਈ ਦਰਸ਼ਨ ਕਰ ਸਕੋਗੇ ਤੁਸੀਂ। ਤੇ ਉੱਥੇ ਫਿਰ ਆਣ ਕੇ ਬੁੱਕਲ 'ਚ ਲੈ ਲਿਆ। ਫਿਰ ਜਦੋਂ ਛਿੱਟੇ ਮਾਰ ਕੇ ਤੇ ਸਤਿਗੁਰੂ ਜੀ ਨੇ ਕਿਰਪਾ ਕੀਤੀ ਤੇ ਕਹਿੰਦੇ ਵੀ ਜਲ ਤੁਸੀਂ ਛਕੋ ਪਹਿਲਾਂ। ਗੁਰੂ ਸਾਹਿਬ ਨੂੰ ਬੇਨਤੀ ਕੀਤੀ, ਕੋਈ ਪਰਨ ਸੀ ਵੀ ਤੁਸੀਂ ਪਹਿਲਾਂ ਛਕੋ ਤੇ ਫਿਰ ਅਸੀਂ ਛਕੀਏ। ਤੇ ਫਿਰ ਸਤਿਗੁਰੂ ਜੀ ਨੇ ਪਹਿਲਾਂ ਜਲ ਛਕਿਆ, ਫਿਰ ਉਹਨਾਂ ਨੂੰ ਛਕਾਇਆ। ਕਹਿਣ ਲੱਗੇ ਵੀ ਕੀ ਤਕਲੀਫ ਹੈ? ਤੁਸੀਂ ਯਾਦ ਕੀਤਾ, ਕੋਈ ਮੰਗੋ ਕੀ ਮੰਗਦੇ? ਕਹਿਣ ਲੱਗੇ ਜੀ ਵੱਡੀ ਤਕਲੀਫ ਹੈ। ਕਹਿੰਦੇ ਕਿ ਵੀ ਜਿਹੜੇ ਪਿੰਡ 'ਚ ਅਸੀਂ ਰਹਿੰਦੇ ਹਾਂ ਇਹ ਸਾਰੇ ਮੀਆਂ ਨੂੰ ਮੰਨਦੇ, ਤੇ ਇਹਨਾਂ ਨੇ ਜਦੋਂ ਦੇ ਅਸੀਂ ਸਿੱਖੀ ਸ਼ਾਮਲ ਹੋਏ ਇਹਨਾਂ ਨੇ ਸਾਡਾ ਭਾਂਡਾ ਤਿਆਗਤਾ, ਅਸੀਂ ਇਕੱਲਾ ਹੀ ਘਰ। ਗੁਰੂ ਸਾਹਿਬ ਕਹਿੰਦੇ ਕਿਹੜੀ ਫਿਕਰ ਕਰ ਦੋ, ਪਿੰਡ ਹੀ ਆਪਾਂ ਆਪਦਾ ਬੰਨ ਲੈਂਦੇ। ਸਤਿਗੁਰੂ ਜੀ ਨੇ ਉੱਥੋਂ ਤੀਰ ਮਾਰਿਆ, ਤੀਰ ਚਲਾਇਆ ਇੱਥੇ 7 ਕਿਲੋਮੀਟਰ ਜਿੱਥੇ ਮੋੜੀ ਸਾਹਿਬ ਦਾ ਸਥਾਨ ਹੈ, ਜਿੱਥੇ ਹੁਣ ਮੋੜੀ ਸਾਹਿਬ ਸਬਾਏਮਾਨ, ਇੱਥੇ ਤੀਰ ਵੱਜਿਆ। ਇਹ ਪਿੰਡ ਦਾ ਸਭ ਤੋਂ ਉੱਚਾ ਥਾਂ ਤੇ ਉਸ ਟਾਈਮ ਟਿੱਬਾ ਸੀ, ਉਹ ਟਿੱਬੇ ਦੀ ਟੀਸੀ ਤੇ ਚੋਟੀ ਤੇ ਆਣ ਕੇ ਤੀਰ ਵੱਜਿਆ। ਫਿਰ ਉੱਥੋਂ ਗੁਰੂ ਸਾਹਿਬ ਨਾਲ ਆਣ ਕੇ ਇੱਥੇ ਘੋੜਾ ਰੁਕ ਗਿਆ, ਉਹਨੇ ਮਾਰਿਆ ਪੌੜ ਮਾਰਿਆ, ਹਾਂਜੀ ਤੀਰ ਕੱਢ ਲਿਆ। ਫਿਰ ਇੱਥੇ 16 ਵਿਸਾਖ 1686 ਬਿਕਰਮੀ ਬਾਬਾ ਭਾਈ ਰੂਪ ਚੰਦ ਜੀ ਦੇ ਨਾਂ ਤੇ ਭਾਈ ਰੂਪਾ ਨਗਰ ਵਸਾਇਆ। ਜਿਹੜੀ ਮੋੜੀ ਸਾਹਿਬ ਹੈ ਜੰਡ ਦੀ ਲੱਕੜ, ਉਹ ਛੇਵੇਂ ਪਾਤਸ਼ਾਹ ਨੇ ਆਪ ਆਪਣੇ ਹੱਥੀਂ ਗੱਡੀ। ਤੇ ਫਿਰ ਸਤਿਗੁਰੂ ਜੀ ਨੇ ਰਹਿਮਤ ਕੀਤੀ ਵੀ ਦੇਖੋ 22 ਅਗਵਾੜ ਨੇ ਤੇ ਇੱਥੇ ਹਰ ਇੱਕ ਨੂੰ ਗੁਰੂ ਸਾਹਿਬ ਦਾ ਤੇ ਬਾਬਾ ਭਾਈ ਰੂਪ ਚੰਦ ਜੀ ਦਾ ਸਚਿਆਰਪੁਣਾ। ਜਿਹੜੇ ਪਾਸੇ ਸਿੱਧੂਆਂ ਦੇ ਖੇਤ ਹੈ ਉਧਰਲੇ ਪਾਸੇ ਇੱਕ ਗਵਾੜ ਹੈ, ਜੈਨਿਕਾ ਗਵਾੜ, ਸਾਰੇ ਜ਼ਿਆਦਾ ਬਹੁਤ ਤਾਤ ਜਿਹੜੀ ਸਿੱਧੂ ਪਰਿਵਾਰ ਦਾ। ਜਿਹੜੇ ਪਾਸੇ ਜਵੰਦਿਆਂ ਦੇ ਖੇਤ ਦਿੱਤੇ, ਉਧਰ ਇੱਕ ਥਾਂ ਘਰ ਜੰਡੂ
ਜਿਹੜੇ ਗੋਤ ਦੇ ਮਿਸਤਰੀ ਇੱਕ ਥਾਂ, ਬਾਬਾ ਭਾਈ ਰੂਪ ਚੰਦ ਜੀ ਦੇ ਵੰਸ਼ ਦੇ ਭਾਈ ਕੇ ਪਰਿਵਾਰ ਜਿਹੜੇ ਇੱਕ ਪਾਸੇ ਘਰ ਰਹਿ ਸਾਰਿਆਂ ਦੀ ਇੱਕ ਥਾਂ, ਤੇ ਇੱਕੋ ਪਾਸੇ ਸਾਰਿਆਂ ਨੂੰ ਦਿੱਤੇ, ਮਤਲਬ ਜ਼ਮੀਨ ਦਿੱਤੀ ਵੰਡ ਕੇ। ਇੱਕ ਪਾਸੇ ਜਿਹੜੇ ਸੰਧੂ ਹੈ ਉਹ ਜਿਵੇਂ ਪਿੰਡ ਦੇ ਇੱਧਰਲੇ ਪਾਸੇ ਆ, ਇੱਧਰ ਹੀ ਉਹਨਾਂ ਨੂੰ ਜ਼ਮੀਨ ਦਿੱਤੀ। ਬਾਬਾ ਭਾਈ ਰੂਪ ਚੰਦ ਦੀ ਅਣਸ ਇੱਧਰ, ਬਾਬਾ ਮਾਲਕਾ ਗਵਾੜ ਤੇ ਹੋਰ ਲੰਗਰ ਦਾ ਗਵਾੜ ਇੱਧਰਲੇ ਪਾਸੇ, ਵੀ ਇੱਕ ਇੱਕ ਥਾਂ ਜ਼ਮੀਨ। ਕੋਈ ਐਸਾ ਨਹੀਂ, ਦੋ ਵੰਸ਼ਾਂ ਸਾਡੇ ਬਾਅਦ ਚ ਆਈਆਂ ਜੀ, ਇੱਕ ਤਾਂ ਬਾਜੀਗਰ, ਇੱਕ ਨਾਥ। ਉਹਨਾਂ ਕੋਲੇ ਜ਼ਮੀਨ, ਚਲੋ ਉਹਨਾਂ ਬਾਅਦ ਚ ਕਿਸੇ ਨੇ ਥਾਂ ਲੈ ਲਿਆ, ਜਾਂ ਗੱਡੀਆਂ ਵਾਲੇ ਵੀ ਥਾਂ ਲੈ ਕੇ ਰਹਿੰਦੇ, ਬਾਕੀ ਸਾਰਿਆਂ ਨੂੰ ਜ਼ਮੀਨ ਘਰ ਇੱਕ ਥਾਂ, ਰਾਜੇ ਸਿੱਖਾਂ ਦਾ ਇੱਕ ਥਾਂ ਜ਼ਮੀਨ ਦਿੱਤੀ ਉਹਨਾਂ ਨੂੰ। ਏਡੇ ਸੁਚਾਰਪੁਣੇ ਨਾਲ 22 ਅਗਵਾੜ ਜਿਹੜੇ ਸਾਡੇ ਨਗਰ ਦੇ, ਹੁਣ ਤਾਂ ਚਲੋ ਹੋਰ ਵੀ ਵਿਕਸਿਤ ਹੋ ਗਿਆ। ਹਾਂਜੀ, ਤੇ ਸਤਿਗੁਰੂ ਜੀ ਦੀ ਬਖਸ਼ਿਸ਼ ਹੈ, ਬਹੁਤ ਵੱਡੀਆਂ ਰਹਿਮਤਾਂ। ਅੱਜ ਵੀ ਜਿਹੜਾ ਵੀ ਅਰਦਾਸ ਕਰਕੇ ਸਾਡੇ ਬੱਚੇ ਪੂਰੀ ਦੁਨੀਆ 'ਚ, ਪੂਰੇ ਵਰਲਡ 'ਚ ਬਹੁਤ ਵੱਡੀਆਂ, ਮਤਲਬ ਧੀਆਂ ਪੁੱਤਰ ਸਾਡੇ ਜਿਹੜੇ ਪੂਰੇ ਟੌਪ ਤੇ। ਧੰਨਵਾਦ ਤੁਹਾਡਾ ਜੀ, ਜਿਹੜਾ ਤੁਸੀਂ ਵੀਰ ਜੀ ਪਹੁੰਚੇ, ਔਰ ਜਗ ਸੇਵਕ ਜਿਹੜਾ ਟੀਵੀ ਤੁਹਾਡਾ, ਤੁਸੀਂ ਜਿਹੜਾ ਸਿੱਖੀ ਦਾ ਪ੍ਰਚਾਰ ਕਰਦੇ। ਅਸੀਂ ਆਪਣੇ ਬਾਬਾ ਭਾਈ ਰੂਪ ਚੰਦ ਜੀ ਅਣਸ ਬੰਸ ਦੇ ਸਮੁੱਚੇ ਸਾਰੇ, ਮੈਂ ਆਪਣੇ ਨਗਰ ਵੱਲੋਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ। ਤੁਹਾਡੀ ਸਾਰੀ ਟੀਮ ਦਾ ਵੀਰ ਜੀ ਬਹੁਤ ਬਹੁਤ ਧੰਨਵਾਦ। ਤੁਸੀਂ ਗਰੀਬਾਂ ਦੇ ਘਰੇ ਚਰਨ ਪਾਏ ਅੱਜ ਆਏ। ਤੇ ਮੈਂ ਬਾਬਾ ਸੁਖਪਾਲ ਸਿੰਘ ਜੀ ਹੈਰੋ ਮਾਜਰੇ ਵਾਲੇ, ਬਾਬਾ ਅਮਰ ਸਿੰਘ ਜੀ, ਬਾਬਾ ਬ੍ਰਹਮਲੀਨ, ਬਾਬਾ ਕਰਤਾਰ ਸਿੰਘ ਜੀ, ਸਰਦੂਲ ਸਿੰਘ ਜੀ, ਉਹਨਾਂ ਦਾ ਵੀ ਧੰਨਵਾਦ ਕਰਦਾ ਕਿ ਉਹ ਸਾਨੂੰ ਬੜਾ ਮਾਣ ਬਖਸ਼ਦੇ ਨੇ, ਤੇ ਉਹਨਾਂ ਦੇ ਪਿਆਰ ਸਦਕਾ ਤੁਸੀਂ ਅੱਜ ਇੱਥੇ ਪਹੁੰਚੇ ਹੋ। ਤੇ ਮੈਨੂੰ ਇੰਝ ਲੱਗਿਆ ਵੀ ਅੱਜ ਬਾਬਾ ਜੀ ਆ ਗਏ ਸਾਡੇ ਗ੍ਰਹਿ ਵਿਖੇ। ਤੁਸੀਂ ਸਾਡੇ ਵੱਡਿਆਂ ਦੇ ਇਤਿਹਾਸ ਨੂੰ ਜਿਹੜਾ ਵਰਲਡ ਵਿੱਚ, ਦੁਨੀਆ ਵਿੱਚ, ਅਸੀਂ ਦਿਲੋਂ ਸੀਸ, ਮੈਂ ਆਪਣੇ ਸਾਰੇ ਬਾਬਾ ਜੀ ਦੇ ਪਰਿਵਾਰਾਂ ਵੱਲੋਂ ਤੁਹਾਨੂੰ ਦਿਲੋਂ ਸੀਸ ਇਹ ਦਿੰਦੇ ਹਾਂ ਵੀ ਸਤਿਗੁਰੂ ਤੁਹਾਡੇ ਚੈਨਲ ਨੂੰ ਹੋਰ ਤਰੱਕੀਆਂ ਬਖਸ਼ੇ, ਤੁਸੀਂ ਗੁਰਸਿੱਖੀ ਦਾ ਪ੍ਰਚਾਰ ਕਰੋ, ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰੋ ਜੀ। ਬਹੁਤ ਧੰਨਵਾਦ ਜੀ। ਆਏ ਜੀ, ਪਈਆਂ ਭੁੱਲਾਂ ਦੀ ਖਿਮਾ ਬਖਸ਼ਣੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।